ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਰਾਹੁਲ ਕਾਲਾ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ। ਕਾਂਗਰਸੀ ਲੀਡਰ MP ਸੰਤੋਖ ਚੌਧਰੀ ਜਿਨ੍ਹਾਂ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ। ਜਦੋਂ ਉਹ ਡਿੱਗਦੇ ਨੇ ਤਾਂ ਐਂਬੂਲੈਂਸ 'ਚ ਉਹਨਾਂ ਨੂੰ ਬਿਠਾਇਆ ਜਾਂਦਾ ਤਾਂ ਇਸ ਐਂਬੂਲੈਂਸ ਨੂੰ ਲੈ ਕੇ ਉਹਨਾਂ ਦੇ ਲੜਕੇ ਜੋ ਵਿਧਾਇਕ ਵੀ ਹੈ ਵਿਕਰਮਜੀਤ ਸਿੰਘ ਉਸਨੇ ਸਵਾਲ ਖੜੇ ਕੀਤੇ ਸੀ ਕਿ ਐਂਬੂਲੈਂਸ ਦੇ ਅੰਦਰ ਕੋਈ ਵੀ ਐਮਰਜੈਂਸੀ ਸ਼ੌਕ ਦੇਣ ਦੇ ਲਈ ਸਮਾਨ ਨਹੀਂ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਡਾਕਟਰ ਹੜਬੜੀ ਦੇ ਵਿੱਚ ਸੀ। ਜੇਕਰ ਉਹਨਾਂ ਨੂੰ ਸਮੇਂ ਸਿਰ CPR ਦਿੱਤਾ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਸਕਦੀ ਸੀ। ਤਾਂ ਇਸੇ ਦੇ ਉੱਪਰ ਅੱਜ ਖਾਸ ਰਿਪੋਰਟ ਹੈ ਕਿ ਆਖਰਕਾਰ CPR ਹੈ ਕੀ ਤੇ ਉਹ ਜੇਕਰ ਅਸੀਂ ਕਿਸੇ ਮਰੀਜ਼ ਨੂੰ ਦਿੰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ, ਜਾਂ ਸਿੱਧਾ ਇਸ ਨੂੰ ਕਹਿ ਲਈਏ ਕਿ ਗੋਲਡਨ ਆਵਰ ਜਿਹੜਾ ਹੁੰਦਾ ਹੈ ਉਸ ਨੂੰ ਲੈ ਕੇ ਜੇਕਰ CPR ਦਿੱਤਾ ਜਾਂਦਾ ਸੰਤੋਖ ਸਿੰਘ ਚੌਧਰੀ ਤਾਂ ਉਹ ਅੱਜ ਜਿਉਂਦਾ ਹੁੰਦੇ, ਜੋ ਨਹੀਂ ਦਿੱਤਾ ਗਿਆ। ਤਾਂ ਇਸ ਦੇ ਉੱਪਰ ਆਧਾਰਿਤ ਅੱਜ ਦੀ ਰਿਪੋਰਟ ਕਿ ਗੋਲਡਨ ਆਵਰ ਕੀ ਹੈ ਤੇ CPR ਕੀ ਹੈ, ਜਿਸ ਦੀ ਵਰਤੋਂ ਦੇ ਨਾਲ ਅਸੀਂ ਜਿਹੜਾ ਹੈ ਕਿਸੇ ਵੀ ਦਿਲ ਦੇ ਮਰੀਜ਼ ਜਿਸ ਨੂੰ ਦਿਲ ਦਾ ਹਾਰਟ ਅਟੈਕ ਹੋਇਆ ਜਿਸ ਨੂੰ, ਤਾਂ ਉਸ ਨੂੰ ਜਿਹੜਾ ਹੈਗਾ ਕਿਵੇਂ ਜਾਨ ਬਚਾਈ ਜਾ ਸਕਦੀ ਹੈ ਗੋਲਡਨ ਆਵਰ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਗੋਲਡਨ ਆਵਰ ਕੀ ਹੈ? ਕਿਸੇ ਵੀ ਵਿਅਕਤੀ ਨੂੰ ਜੇਕਰ ਕੋਈ ਇੰਜਰੀ ਹੁੰਦੀ ਹੈ ਜਾਂ ਫਿਰ ਹਾਰਟ ਅਟੈਕ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਸ ਦੌਰਾਨ ਜੋ ਇੱਕ ਪਹਿਲਾ ਘੰਟਾ ਹੁੰਦਾ ਯਾਨੀ ਕਿ 60 ਮਿੰਟ ਹੁੰਦੇ ਨੇ ਉਹ ਗੋਲਡਨ ਆਵਰ ਕਹੇ ਜਾਂਦੇ ਨੇ। ਤੇ ਜੇਕਰ ਸ਼ੁਰੂ ਦੇ 60 ਮਿੰਟਾਂ ਦੇ ਵਿੱਚ ਅਸੀਂ ਸਹੀ ਕਦਮ ਚੱਕ ਲੈਂਦੇ ਹਾਂ ਤਾਂ ਕਿਸੇ ਵੀ ਪੇਸ਼ੈਂਟ ਦੀ ਜਾਨ ਜਿਹੜੀ ਹੈ ਉਹ ਬਚਾਈ ਜਾ ਸਕਦੀ ਹੈ। ਗੋਲਡਨ ਆਵਰ ਦੇ ਵਿੱਚ CPR ਕਿੰਨਾ ਜ਼ਰੂਰੀ ਹੁੰਦਾ ਹੈ? ਗੋਲਡਨ ਆਵਰ ਯਾਨੀ ਕਿ ਉਸ ਹਾਰਟ ਅਟੈਕ ਤੋਂ 60 ਮਿੰਟ ਦੇ ਵਿੱਚ CPR ਦੇਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸੇ 1 ਘੰਟੇ ਦੇ ਵਿੱਚ ਜੇਕਰ ਅਸੀਂ ਆਪਣੀ ਸਮਝ ਦੇ ਨਾਲ ਸਹੀ ਤਰੀਕੇ ਦੇ ਨਾਲ ਆਪਾਂ ਸਹੀ ਕਦਮ ਚੱਕਦੇ ਹਾਂ ਤਾਂ ਹਾਰਟ ਅਟੈਕ ਆਉਣ ਦੀ ਸੂਰਤ ਦੇ ਵਿੱਚ ਮਰੀਜ਼ ਦੇ ਮਰਨ ਦੀ ਦਰ ਜਿਹੜੀ ਹੈ ਉਹ ਘਟ ਜਾਂਦੀ ਹੈ। ਗੋਲਡਨ ਆਵਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਾ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਮਰੀਜ਼ ਨੂੰ CPR ਦਿੱਤੀ ਜਾਂਦੀ ਹੈ। ਇਸ ਤਕਨੀਕ ਦੇ ਨਾਲ ਡਾਕਟਰਾਂ ਨੂੰ ਵੀ ਪੇਸ਼ੈਂਟ ਦੀ ਜਾਨ ਬਚਾਉਣ ਦੇ ਵਿੱਚ ਥੋੜੀ ਮਦਦ ਜ਼ਰੂਰ ਮਿਲਦੀ ਹੈ। ਇੰਡੀਅਨ ਰੈਸਿਸਟੈਂਸ਼ਨ ਕਾਉਂਸਲ ICR ਯਾਨੀ ਕਿ ਉਹਨਾਂ ਦੇ ਮੁਤਾਬਕ ਗੋਲਡਨ ਆਵਰ 'ਚ ਦਿੱਤੀ CPR ਰਾਹੀਂ 60 ਤੋਂ 40% ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਤਾਂ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਖੜਾ ਹੋਵੇਗਾ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਗੋਲਡਨ ਆਵਰ ਕੀ ਹੁੰਦਾ, ਤਾਂ ਹੁਣ ਤੁਹਾਨੂੰ ਇਹ ਵੀ ਸਵਾਲ ਹੋਵੇਗਾ ਕਿ CPR ਹੈ ਕੀ ਹੈ। ਤਾਂ ਇਸ ਦਾ ਜੇਕਰ ਅਸੀਂ ਫੁੱਲ ਫਾਰਮ ਦੇਖੀ ਜਾਵੇ ਜਾਂ ਇਹਦੇ ਪੂਰਾ ਨਾਮ ਹੈਗਾ ਕਾਰਡੀਓ ਪਲਮੋਨਰੀ ਰੈਸਿਸਟੈਂਸ, ਯਾਨੀ ਕਿ ਇਹ ਇੱਕ ਅਜਿਹਾ ਲਾਈਫ ਸੇਵਿੰਗ ਟੈਕਨੀਕ ਹੈ ਜਿਸ ਦਾ ਇਸਤੇਮਾਲ ਕਰਕੇ ਹਾਰਟ ਅਟੈਕ ਦਾ ਜਿਸ ਨੂੰ ਹਾਰਟ ਅਟੈਕ ਹੁੰਦਾ ਹੈ ਉਹਦੀ ਅਸੀਂ ਜਾਨ ਬਚਾ ਸਕਦੇ ਹਾਂ। ਤੇ ਇਹ ਮਾਤਰ ਜਿਹੜਾ ਹੈ 1 ਘੰਟੇ ਦੇ ਅੰਦਰ ਅੰਦਰ ਅਜਿਹੀ ਤਕਨੀਕ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਕੀ ਹੁੰਦਾ ਕਿ ਇਨਸਾਨ ਦੀ ਦਿਲ ਦੀ ਧੜਕਣ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ। ਤਾਂ ਘਰ ਤੋਂ ਹਸਪਤਾਲ ਜਾਂਦੇ ਜਾਂ ਫਿਰ ਜਿਸ ਜਗ੍ਹਾ ਤੇ ਵਿਅਕਤੀ ਡਿੱਗਿਆ ਹੁੰਦਾ ਉਸ ਜਗ੍ਹਾ ਤੋਂ ਹਸਪਤਾਲ ਜਾਂਦੇ ਸਮੇਂ ਜੋ CPR ਦਿੱਤਾ ਜਾਂਦਾ ਉਸ ਦੇ ਨਾਲ ਲਾਈਫ ਸੇਵਿੰਗ ਦਾ ਇੱਕ ਕੰਮ ਕਰਦੀ ਹੈ ਇਹ ਤਕਨੀਕ। ਤਾਂ ਹੁਣ IRC ਦੇ ਮੁਤਾਬਕ CPR ਦੀ ਜਾਣਕਾਰੀ ਸਿਰਫ 2% ਲੋਕਾਂ ਨੂੰ ਹੀ ਪਤਾ ਹੁੰਦੀ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਹਰ ਸਾਲ ਜਿਹੜਾ ਹੈਗਾ 1 ਲੱਖ ਜਨਸੰਖਿਆ ਦੇ ਵਿੱਚੋਂ ਲਗਭਗ 4280 ਲੋਕ ਜਿਹੜੇ ਹੈਗੇ ਉਹ ਹਾਰਟ ਅਟੈਕ ਦੇ ਮਰੀਜ਼ ਹੁੰਦੇ ਆ ਤੇ ਹਰ ਮਿੰਟ ਦੇ ਵਿੱਚ 112 ਲੋਕ ਜਿਹੜੇ ਹੈਗੇ ਉਹ ਹਾਰਟ ਅਟੈਕ ਦੇ ਨਾਲ ਦਮ ਤੋੜ ਦਿੰਦੇ ਆ, ਕਿਉਂਕਿ ਤਕਨੀਕ ਦਾ ਹਾਲੇ ਤੱਕ ਜ਼ਿਆਦਾ ਲੋਕਾਂ ਦੇ ਵਿੱਚ ਇਹ ਨਹੀਂ ਪਤਾ ਇਸ ਬਾਰੇ। ਤਾਂ ਹੁਣ ਇਹ ਵੀ ਸਵਾਲ ਖੜਾ ਹੁੰਦਾ ਕਿ ਆਖਰ CPR ਦਿੱਤਾ ਕਿਵੇਂ ਜਾਂਦਾ, ਇਹ ਤਕਨੀਕ ਦੀ ਵਰਤੋਂ ਕਿਵੇਂ ਹੁੰਦੀ ਹੈ? ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਇਹਦੇ ਵਿੱਚ 2 ਤਰੀਕੇ ਹੁੰਦੇ ਨੇ। ਸਭ ਤੋਂ ਪਹਿਲਾਂ ਇਹ ਤਰੀਕਾ ਹੁੰਦਾ ਕਿ ਪੇਸ਼ੈਂਟ ਨੂੰ ਕਿਸੇ ਦੂਸਰੇ ਵਿਅਕਤੀ ਦੁਆਰਾ ਦਿੱਤਾ ਜਾਂਦਾ CPR ਹੈ ਜਾਂ ਫਿਰ ਕੋਈ ਮੈਡੀਕਲ ਇਕਵਿਪਮੈਂਟ ਦੇ ਜ਼ਰੀਏ ਮਰੀਜ਼ ਨੂੰ ਜੋ ਦਿੱਤੀ ਜਾਂਦੀ ਹੈ ਮੁੱਢਲੀ ਸਹਾਇਤਾ ਜਾਂ ਕਹਿ ਲਓ ਜੋ ਟੈਕਨੀਕ ਦੇ ਰਾਹੀਂ ਵੀ ਦਿੱਤੀ ਜਾਂਦੀ ਹੈ। ਤਾਂ 2 ਤਰੀਕੇ ਹੈਗੇ ਨੇ। ਤਾਂ ਇਸ ਦੇ ਵਿੱਚ ਇਹ ਵੀ ਹੈ ਬੱਚਿਆਂ ਦੇ ਲਈ ਇੱਕ ਅਲੱਗ ਤਰੀਕਾ ਤੇ ਵੱਡਿਆਂ ਦੇ ਲਈ ਇੱਕ CPR ਦੇਣ ਦਾ ਅਲੱਗ ਤਰੀਕਾ। ਉਹ ਤਰੀਕੇ ਕੀ ਹੈਗੇ ਉਸ ਬਾਰੇ ਹੁਣ ਮੈਂ ਤੁਹਾਨੂੰ ਥੋੜ੍ਹਾ ਸੰਖੇਪ ਦੇ ਵਿੱਚ ਜਾਣਕਾਰੀ ਦੇਵਾਂਗਾ, ਕਿਉਂਕਿ ਇਸ ਦੇ ਨਾਲ ਸ਼ਾਇਦ ਅਸੀਂ ਜਾਂ ਫਿਰ ਤੁਸੀਂ ਆਪਣੇ ਨੇੜੇ ਤੇੜੇ ਕਿਸੇ ਵੀ ਕੋਈ ਵੀ ਮਰੀਜ਼ ਅਜਿਹਾ ਹੁੰਦਾ ਹੈ ਜਾਂ ਫਿਰ ਕਿਸੇ ਨੂੰ ਹਾਰਟ ਅਟੈਕ ਆਉਂਦਾ ਤਾਂ ਸ਼ਾਇਦ ਇਸ ਵੀਡੀਓ ਦੇ ਰਾਹੀਂ ਅਸੀਂ ਕੁਝ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਹਾਂ।
ਤਾਂ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਦੇ ਤਰੀਕੇ ਸਮਝਦੇ ਹਾਂ ਕਿ ਉਹਨਾਂ ਨੂੰ CPR ਕਿਵੇਂ ਦਿੱਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਬੱਚੇ ਨੂੰ ਪਿੱਠ ਦੇ ਬਲ ਜਿਹੜਾ ਆ ਸਿੱਧਾ ਲਿਟਾ ਦਿੱਤਾ ਜਾਂਦਾ, ਫਿਰ ਉਸਦੇ ਨੇੜੇ ਜਿਹੜਾ ਆ ਤੁਸੀਂ ਗੋਡੇ ਲਗਾ ਕੇ ਬੈਠ ਜਾਣਾ। ਬੱਚੇ ਨੂੰ CPR ਦੇਣ ਦੇ ਲਈ 2 ਉਂਗਲੀਆਂ ਦਾ ਇਸਤੇਮਾਲ ਕਰਨਾ ਹੈ। ਛਾਤੀ ਦੇ ਉੱਪਰ ਥੋੜਾ ਜਿਹਾ ਪ੍ਰੈਸ਼ਰ ਦੇਣਾ, 2 ਇੰਚ ਜਾਂ ਫਿਰ 1.5 ਇੰਚ ਤੱਕ ਹੀ ਪ੍ਰੈਸ਼ਰ ਦੇਣਾ। ਇਸ ਤੋਂ ਵੱਧ ਬੱਚੇ ਦੇ ਛਾਤੀ ਦੇ ਉੱਪਰ ਜਾਂ ਫਿਰ ਚੈਸਟ ਦੇ ਉੱਪਰ ਪ੍ਰੈਸ਼ਰ ਨਹੀਂ ਦਿੱਤਾ ਜਾਂਦਾ। ਔਰ ਇਹ ਵੀ ਇਸ ਦੇ ਵਿੱਚ ਜਦੋਂ ਤੁਸੀਂ CPR ਬੱਚੇ ਨੂੰ ਦੇਣੀ ਹੈ ਤਾਂ ਧਿਆਨ ਰੱਖਣਾ ਕਿ ਜਲਦ ਤੋਂ ਜਲਦ ਜਿਹੜਾ ਆ ਉਸ ਬੱਚੇ ਨੂੰ ਹਸਪਤਾਲ ਵੀ ਪਹੁੰਚਾਉਣਾ ਹੈਗਾ ਆ, ਇਹ ਜ਼ਰੂਰੀ ਰਹਿੰਦਾ ਹੈ। ਤਾਂ ਤਕਨੀਕ ਦੀ ਵਰਤੋਂ ਤੁਸੀਂ ਸਮਝ ਗਏ ਹੋਵੋਗੇ। ਤਾਂ ਹੁਣ ਗੱਲ ਕਰਾਂਗੇ ਅੱਗੇ ਕਿ ਵੱਡਿਆਂ ਦੀ ਤਕਨੀਕ ਦੇ ਵਿੱਚ ਕੀ ਫਰਕ ਹੈਗਾ ਜਾਂ ਕਿਵੇਂ ਦਿੱਤੀ ਜਾਂਦੀ ਹੈ। ਤਾਂ ਵੱਡੇ ਪੇਸ਼ੈਂਟ ਜੋ ਹੁੰਦੇ ਨੇ ਉਹਨਾਂ ਨੂੰ ਕਿਵੇਂ CPR ਦਿੱਤੀ ਜਾਂਦੀ, ਇਸ ਤਕਨੀਕ ਬਾਰੇ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਉਹੀ ਤਰੀਕਾ, ਪੇਸ਼ੈਂਟ ਨੂੰ ਜਿਹੜਾ ਆ ਉਹ ਸਿੱਧਾ ਲਿਟਾ ਦੇਣਾ ਤੇ ਇਸ ਦੌਰਾਨ ਸਰੀਰ ਦੇ ਜਿਹੜੇ ਬਾਕੀ ਅੰਗ ਹੈਗੇ ਉਹ ਵੀ ਬਿਲਕੁਲ ਸਿੱਧੇ ਰੱਖਣੇ ਹੈ। ਉਸਨੇ ਦੇ ਲੱਤਾਂ ਔਰ ਬਾਹਾਂ ਜਿਹੜੀਆਂ ਬਿਲਕੁਲ ਸਿੱਧੀਆਂ ਰੱਖਣੀਆਂ। ਫਿਰ ਆਪਣੀਆਂ ਦੋਨੋਂ ਹੱਥਾਂ ਦੀਆਂ ਹਥੇਲੀਆਂ ਜਿਹੜੀਆਂ ਇੱਕ ਦੂਜੇ ਉੱਪਰ ਰੱਖ ਕੇ, ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਇਵੇਂ ਇੱਕ ਦੂਜੇ ਦੇ ਉੱਪਰ ਰੱਖ ਕੇ ਫਿਰ ਚੈਸਟ ਦੇ ਉੱਪਰ ਪ੍ਰੈਸ਼ਰ ਪਾਣਾ ਹੈ। ਔਰ ਚੈਸਟ ਦੇ ਜਿਹੜਾ ਪ੍ਰੈਸ਼ਰ ਹੋਵੇਗਾ ਇਹ 2 ਤੋਂ 2.5 ਇੰਚ ਤੱਕ ਹੀ ਰੱਖਣਾ। ਇਸ ਨੂੰ ਜ਼ਿਆਦਾ ਜਿਹੜਾ ਹੈ ਪ੍ਰੈਸ਼ਰ ਨਹੀਂ ਦੇਣਾ, ਕਿਤੇ ਕੋਈ ਇੰਟਰਨਲ ਜਿਹੜੀ ਹੈ ਇੰਜਰੀ ਨਾ ਆ ਜਾਵੇ। ਇਸ ਕਰਕੇ 2 ਤੋਂ 2.5 ਇੰਚ ਤੱਕ ਹੀ ਪ੍ਰੈਸ਼ਰ ਦੇਣਾ। ਕੋਸ਼ਿਸ਼ ਰਹੇ ਕਿ 1 ਤੋਂ 2 ਦੇ ਵਿੱਚ ਰਵੇ। ਤਾਂ ਇਸੇ ਤਰ੍ਹਾਂ ਫਿਰ ਅੱਗੇ ਹੁੰਦਾ ਅਗਲਾ ਤਰੀਕਾ ਕੀ ਹੈ, ਜੇਕਰ ਦਿਲ ਤਾਂ ਵੀ ਨਹੀਂ ਧੜਕਣਾ ਸ਼ੁਰੂ ਹੁੰਦਾ ਤਾਂ ਫਿਰ ਉਸ ਤੋਂ ਅਗਲਾ ਤਰੀਕਾ ਹੁੰਦਾ ਕਿ ਮੂੰਹ ਦੇ ਜ਼ਰੀਏ ਵੀ ਅਸੀਂ CPR ਦਿੱਤੀ ਜਾਂਦੀ ਹੈ। ਤਾਂ ਜਿਹੜਾ CPR ਦੇਣ ਵਾਲੇ ਵਿਅਕਤੀ ਆਪਣਾ ਜਿਹੜਾ ਮੂੰਹ ਹੈ ਉਹ ਪੇਸ਼ੈਂਟ ਦੇ ਮੂੰਹ ਦੇ ਨਾਲ ਬਿਲਕੁਲ ਇਸ ਤਰ੍ਹਾਂ ਜੋੜੇ ਕਿ ਉਸ ਦੇ ਵਿੱਚ ਗੈਪ ਜਿਹੜਾ ਹੈਗਾ ਆ ਉਹ ਯਾਨੀ ਕਿ 에ਅਰ ਟਾਈਟ ਕਰਨਾ ਹੈ। ਉਸ ਮੂੰਹ ਨੂੰ ਦੂਸਰੇ ਪੇਸ਼ੈਂਟ ਦੇ ਮੂੰਹ ਦੇ ਨਾਲ ਉਸ ਨੂੰ ਲੋਕ ਲਗਾ ਦੇਣਾ। ਫਿਰ ਅਸੀਂ ਮੂੰਹ ਦੇ ਜ਼ਰੀਏ ਪੇਸ਼ੈਂਟ ਨੂੰ ਜਿਹੜੇ ਹੈ ਉਹ ਪੂਰੇ ਪ੍ਰੈਸ਼ਰ ਦੇ ਨਾਲ ਆਕਸੀਜਨ ਸਪਲਾਈ ਕਰਨੀ ਹੈ। ਇਸ ਦੇ ਨਾਲ ਕੀ ਹੋਵੇਗਾ ਕਿ ਅਗਲੇ ਦਾ ਜਿਹੜਾ ਦਿਲ ਦਾ ਧੜਕਣਾ ਜਿਹੜਾ ਉਹ ਸ਼ੁਰੂ ਹੋ ਸਕਦਾ ਹੈ। ਤੇ ਜਦੋਂ ਅਸੀਂ ਇਹ ਵੀ ਯਾਦ ਰੱਖਣਾ ਕਿ ਜਦੋਂ ਮੂੰਹ ਨੂੰ ਲੋਕ ਕੀਤਾ ਹੋਵੇਗਾ ਤਾਂ ਜਦੋਂ ਫੂਕ ਮਾਰਨੀ ਹੈ ਤਾਂ ਬਾਹਰ ਜਿਹੜੀ ਹੈ ਉਸ ਦੀ ਹਵਾ ਲੀਕ ਨਹੀਂ ਹੋਣੀ ਚਾਹੀਦੀ। ਇਸ ਕਰਕੇ ਲੋਕ ਦਾ ਵੀ ਧਿਆਨ ਦੇਣਾ। ਤੇ ਇਹ ਜਿਹੜਾ ਹੈਗਾ ਹੈ ਇਹ ਪ੍ਰੋਸੈਸ ਜਦੋਂ ਤੁਸੀਂ ਪੇਸ਼ੈਂਟ ਕੋਈ ਦੇਖਦੇ ਹੋ ਜਿਸ ਨੂੰ ਹਾਰਟ ਅਟੈਕ ਆਇਆ ਹੁੰਦਾ ਤਾਂ ਉਸ ਨੂੰ ਐਂਬੂਲੈਂਸ ਤੋਂ ਘਰ ਤੋਂ ਐਂਬੂਲੈਂਸ ਬਿਠਾਉਣ ਦੇ ਸਮੇਂ ਔਰ ਹਸਪਤਾਲ ਲੈ ਕੇ ਜਾਂਦੇ ਸਮੇਂ ਦਾ ਜਿਹੜਾ ਵਿਚਲਾ ਸਮਾਂ ਹੈਗਾ ਇਸ ਦੌਰਾਨ ਹੀ ਦੇਣਾ ਹੈ। ਕਿਤੇ ਇਹ ਨਾ ਹੋਵੇ ਕਿ ਅਸੀਂ ਉਸ ਨੂੰ ਘਰ ਹੀ CPR ਦੇ ਜ਼ਰੀਏ ਜਿਹੜਾ ਹੈ ਤਕਨੀਕ ਵਰਤੋਂ ਕਰਕੇ ਅਸੀਂ ਉਸ ਨੂੰ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਇਹ ਸਿਰਫ ਉਸ ਸਮੇਂ ਹੀ ਦੇਣਾ ਜਦੋਂ ਤੁਸੀਂ ਐਂਬੂਲੈਂਸ ਦੇ ਵਿੱਚ ਮਰੀਜ਼ ਨੂੰ ਲੈ ਕੇ ਜਾ ਰਹੇ ਹੋ ਜਾਂ ਫਿਰ ਘਰ ਦੇ ਵਿੱਚ ਇੱਕਦਮ ਕੋਈ ਵਿਅਕਤੀ ਡਿੱਗ ਜਾਂਦਾ ਹੈ ਤਾਂ ਉਸ ਨੂੰ CPR ਮੌਕੇ ਤੇ ਦਿੱਤੀ ਜਾ ਸਕਦੀ ਹੈ। ਤਾਂ ਇਸ ਦੇ ਵਿੱਚ ਕੁਝ ਸਾਵਧਾਨੀਆਂ ਵੀ ਹੈ CPR ਦੇਣ ਸੰਬੰਧੀ। ਉਹ ਹੈ ਕਿ CPR ਦੇਣ ਦੇ ਸਮੇਂ ਕੋਹਣੀਆਂ ਤੇ ਦੋਵੇਂ ਹੱਥ ਜਿਹੜੇ ਆ ਉਹ ਬਿਲਕੁਲ ਸਿੱਧੇ ਰੱਖਣੇ ਹੈ। ਜਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਬੱਚਾ ਜਾਂ ਵੱਡੇ ਨੂੰ ਜਿਹੜਾ ਕੋਈ ਵੀ ਮਰੀਜ਼ ਹੈਗਾ ਉਸ ਨੂੰ ਜ਼ਮੀਨ ਤੇ ਜਿਹੜਾ ਹੈ ਉਹਨੂੰ ਲਿਟਾ ਕੇ ਹੀ ਜਿਹੜਾ ਹੈ CPR ਦੇਣਾ ਚਾਹੀਦਾ ਹੈ। ਪੇਸ਼ੈਂਟ ਦਾ ਹੱਥ ਜਾਂ ਪੈਰ ਕਿਸੇ ਵੀ ਤਰੀਕੇ ਦੇ ਨਾਲ ਮੁੜਿਆ ਨਾ ਹੋਵੇ। ਤਾਂ ਹੁਣ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕਿਵੇਂ ਪਤਾ ਲੱਗੇ ਕਿ ਵਿਅਕਤੀ ਨੂੰ ਹਾਰਟ ਅਟੈਕ ਹੋਇਆ ਜਾਂ ਫਿਰ CPR ਦੇਣ ਦੀ ਜਿਹੜਾ ਸਮਾਂ ਆ ਚੁੱਕਿਆ। ਤਾਂ ਕੋਈ ਵੀ ਵਿਅਕਤੀ ਜੋ ਅਚਾਨਕ ਬੇਹੋਸ਼ ਹੋ ਗਿਆ ਹੋਵੇ ਤਾਂ ਉਹ ਸਾਹ ਨਾ ਲੈ ਪਾ ਰਿਹਾ ਹੋਵੇ, ਇਸ ਸੂਰਤ ਦੇ ਵਿੱਚ CPR ਜਿਹੜਾ ਮਦਦਗਾਰ ਸਾਬਿਤ ਹੋ ਸਕਦਾ। ਕਿਸੇ ਦੇ ਐਕਸੀਡੈਂਟ ਦੇ ਦੌਰਾਨ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਰਹੀ ਹੋਵੇ ਤਾਂ ਅਸੀਂ ਮੂੰਹ ਦੇ ਨਾਲ ਜਿਹੜਾ ਉਹ ਸਾਹ ਦੇ ਸਕਦੇ ਹਾਂ। ਇਸ ਸੂਰਤ ਦੇ ਵਿੱਚ ਵੀ CPR ਕੰਮ ਆਉਂਦਾ ਹੈ। ਤੇ ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਪਾਣੀ ਦੇ ਵਿੱਚ ਡੁੱਬ ਗਿਆ ਹੋਵੇ ਤਾਂ ਉਸ ਨੂੰ ਬਾਹਰ ਕੱਢ ਕੇ ਛਾਤੀ ਦੇ ਉੱਪਰ ਜਿਹੜਾ ਪ੍ਰੈਸ਼ਰ ਪਾਉਣ ਦੇ ਨਾਲ ਵੀ CPR ਦੀ ਯਾਨੀ ਕਿ ਇੱਥੇ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਜਦੋਂ ਹਾਰਟ ਅਟੈਕ ਆਉਂਦਾ ਹੈ ਤਾਂ ਅਸੀਂ ਕਈ ਗਲਤੀਆਂ ਕਰ ਲੈਂਦੇ ਹਾਂ। ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਵਿਅਕਤੀ ਦੀ ਗਲਤੀਆਂ ਦੇ ਨਾਲ ਜਾਨ ਨਹੀਂ ਬਚਾ ਸਕਦੇ। ਤਾਂ ਅਸੀਂ ਜਿਹੜੀਆਂ ਗਲਤੀਆਂ ਕਰਦੇ ਹਾਂ ਉਹ ਇਹ ਹੁੰਦੀਆਂ ਕਿ ਅਸੀਂ ਘਬਰਾਹਟ ਦੇ ਵਿੱਚ ਸਭ ਤੋਂ ਪਹਿਲਾਂ ਹਸਪੀਟਲ ਦੇ ਵਿੱਚ ਫੋਨ ਕਰ ਦਿੰਦੇ ਹਾਂ ਤੇ ਫਿਰ ਪੇਸ਼ੈਂਟ ਦੇ ਮਰੀਜ਼ ਦੇ ਨੇੜੇ ਤੇੜੇ ਅਸੀਂ ਇੱਕ ਭੀੜ ਜੁਟਾ ਦਿੰਦੇ ਹਾਂ, ਭੀੜ ਇਕੱਠੀ ਹੋ ਜਾਂਦੀ ਹੈ ਤੇ ਫਿਰ ਉਸ ਸਮੇਂ ਦੇ ਵਿੱਚ ਸਾਨੂੰ CPR ਦੇਣ ਦਾ ਜਿਹੜਾ ਉਹ ਦਿਮਾਗ ਦੇ ਵਿੱਚ ਖਿਆਲ ਵੀ ਨਹੀਂ ਆਉਂਦਾ। ਤੇ ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੂੰ CPR ਦੇਣ ਦਾ ਖਿਆਲ ਵੀ ਆ ਜਾਂਦਾ ਹੈ ਤਾਂ ਉਹ ਡਰ ਦੇ ਮਾਰੇ CPR ਨਹੀਂ ਦਿੰਦਾ। ਔਰ ਇਹ ਵੀ ਉਸ ਨੂੰ ਡਰ ਹੁੰਦਾ ਕਿ ਕਿਤੇ ਚੈਸਟ ਦੇ ਉੱਪਰ ਜ਼ਿਆਦਾ ਪ੍ਰੈਸ਼ਰ ਨਾ ਪੈ ਜਾਵੇ ਤੇ ਅੰਤੜੀਆਂ ਨੂੰ ਨੁਕਸਾਨ ਪਹੁੰਚੇ। ਤਾਂ
ਬਹੁਤ ਹੀ ਸਾਵਧਾਨੀ ਦੇ ਨਾਲ CPR ਵੀ ਦਿੱਤੀ ਜਾ ਸਕਦੀ ਹੈ। ਤਾਂ ਇਸ ਦੇ ਵਿੱਚ ਇੱਕ ਹੋਰ ਹੈਗਾ ਕਿ ਅਸੀਂ CPR ਦੇਣ ਵੇਲੇ ਹੋਰ ਕਿਹੜੀਆਂ ਵੱਡੀਆਂ ਗਲਤੀਆਂ ਕਰ ਸਕਦੇ ਹਾਂ, ਤਾਂ ਉਹਨਾਂ ਨੂੰ ਅਸੀਂ ਕਿਵੇਂ ਸੁਧਾਰੀਏ। ਤਾਂ ਸਭ ਤੋਂ ਪਹਿਲਾਂ ਚੈਸਟ ਨੂੰ ਅਸੀਂ ਠੀਕ ਤਰ੍ਹਾਂ ਦੇ ਨਾਲ ਨਹੀਂ ਦਬਾ ਪਾਉਂਦੇ। ਪੇਸ਼ੈਂਟ ਦੇ ਮੂੰਹ ਦੇ ਵਿੱਚ ਅਸੀਂ ਜਦੋਂ ਮੂੰਹ ਦੇ ਨਾਲ ਉਹਨੂੰ ਸਾਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਲੋਕ ਬਣਿਆ ਹੁੰਦਾ ਅਸੀਂ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਨਹੀਂ ਲੋਕ ਲਗਾ ਪਾਉਂਦੇ। ਤਾਂ ਨਾਲ ਦੀ ਨਾਲ ਕੋਣੀਆਂ ਜਿਹੜੀਆਂ ਅਸੀਂ ਬਿਲਕੁਲ ਸਿੱਧੀਆਂ ਰੱਖਣੀਆਂ ਹੁੰਦੀਆਂ ਤਾਂ ਉਹ ਵੀ ਅਸੀਂ ਸਿੱਧੀਆਂ ਨਹੀਂ ਰੱਖ ਪਾਉਂਦੇ। ਇਸ ਦੇ ਨਾਲ ਪ੍ਰੈਸ਼ਰ ਜਿਹੜਾ ਹੁੰਦਾ ਹੈ ਚੈਸਟ ਤੇ ਬਿਲਕੁਲ ਸਾਨੂੰ ਮਹਿਸੂਸ ਹੋਵੇਗਾ ਕਿ ਅਸੀਂ ਕਿੰਨਾ ਜ਼ੋਰ ਦੇ ਨਾਲ ਪ੍ਰੈਸ਼ਰ ਲਗਾ ਰਹੇ ਹਾਂ। ਜੇਕਰ ਕੋਣੀਆਂ ਜਿਹੜੀਆਂ ਤੁਹਾਡੀਆਂ ਸਿੱਧੀਆਂ ਹੋਣਗੀਆਂ ਤਾਂ ਪੇਸ਼ੈਂਟ ਦੀ ਬੋਡੀ ਨੂੰ ਵੀ ਖਾਸ ਕਰਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ। ਤਾਂ ਅੱਜ ਦੀ ਇਹ ਖਾਸ ਰਿਪੋਰਟ ਇਸੇ ਹੀ ਮਕਸਦ ਦੇ ਨਾਲ ਤਿਆਰ ਕੀਤੀ ਸੀ ਕਿ ਸ਼ਾਇਦ ਕਿਸੇ ਸਾਡੇ ਵਰਗੇ ਜਾਂ ਫਿਰ ਤੁਹਾਡੇ ਵਰਗਿਆਂ ਨੂੰ ਕਦੀ ਵੀ ਜ਼ਰੂਰਤ ਪੈ ਸਕਦੀ ਹੈ। ਤਾਂ ਫਿਲਹਾਲ ਇਸ ਦੇ ਵਿੱਚ ਜੋ ਵੱਡੀ ਗੱਲ ਇਹ ਹੈ ਕਿ CPR ਦੀ ਤਕਨੀਕ ਦੀ ਵਰਤੋਂ ਜਿਹੜੀ ਹੈ ਤੁਸੀਂ ਕਿਸੇ ਨਾਲ ਵੀ ਕਰਨੀ ਹੈ। ਪਹਿਲਾਂ ਆਪਣੇ ਨਜ਼ਦੀਕੀ ਕਿਸੇ ਵੀ ਹਸਪੀਟਲ ਦੇ ਵਿੱਚ ਤੁਸੀਂ ਇਸ ਟੈਕਨੀਕ ਦਾ ਪ੍ਰੈਕਟਿਸ ਵੀ ਕਰ ਸਕਦੇ ਹੋ, ਡਾਕਟਰ ਦੇ ਨਾਲ ਮਿਲ ਵੀ ਸਕਦੇ ਹੋ। ਜੇਕਰ ਤੁਹਾਡਾ ਕੋਈ ਫੈਮਿਲੀ ਡਾਕਟਰ ਹੈ ਜਾਂ ਕੋਈ ਤੁਹਾਡਾ ਦੋਸਤ ਹੈਗਾ ਡਾਕਟਰ ਤਾਂ ਉਸ ਦੇ ਨਾਲ ਵੀ ਸੰਪਰਕ ਕਰਕੇ ਉਸ ਦੀ ਵੀ ਰਾਏ ਲੈ ਸਕਦੇ ਹੋ ਕਿ CPR ਸਿਸਟਮ ਹੈ ਕਿ ਇਹ ਤਕਨੀਕ ਕੀ ਹੈ ਔਰ ਅਸੀਂ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਜੇਕਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਵਧੀਆ ਲੱਗਿਆ ਜਾਂ ਫਿਰ ਕੋਈ ਸਵਾਲ ਹੈਗਾ ਤੁਹਾਡਾ, ਤੁਸੀਂ ਆਪਣਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦੇ। ਅਸੀਂ ਇਸ ਖਾਸ ਰਿਪੋਰਟ ਬਣਾਉਣ ਦਾ ਸਾਡਾ ਮਕਸਦ ਇਹ ਸੀ ਕਿ ਜਿਵੇਂ ਸੰਤੋਖ ਚੌਧਰੀ ਜੋ MP ਨੇ ਜਲੰਧਰ ਤੋਂ ਕਾਂਗਰਸ ਦੇ, ਉਹਨਾਂ ਦਾ ਭਾਰਤ ਜੋੜੋ ਯਾਤਰਾ ਦੇ ਦੌਰਾਨ ਦੇਹਾਂਤ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਉਹਨਾਂ ਦੇ ਲੜਕੇ ਵੱਲੋਂ ਹੀ ਇਹ ਕਦਮ ਮੁੱਦਾ ਉਠਾਇਆ ਗਿਆ ਸੀ ਜਾਂ ਸਵਾਲ ਕੀਤੇ ਗਏ ਸੀ ਕਿ ਡਾਕਟਰਾਂ ਨੇ ਉਹਨਾਂ ਨੂੰ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਡੀਲ ਨਹੀਂ ਕੀਤਾ। ਜਦੋਂ ਐਂਬੂਲੈਂਸ ਦੇ ਵਿੱਚ ਪੰਪ ਦੇ ਰਹੇ ਸੀ ਤਾਂ ਉਹਨਾਂ ਦੇ ਸਾਹ ਚੱਲ ਰਹੇ ਹੁੰਦੇ ਆ ਤੇ CPR ਉੱਥੇ ਦਿੱਤੀ ਜਾ ਸਕਦੀ ਸੀ ਤੇ ਉਹਨਾਂ ਦੇ ਪਾਪਾ ਦੀ ਜਾਂ ਫਿਰ ਉਹਨਾਂ ਦੇ ਪਿਤਾ ਦੀ, ਸੰਤੋਖ ਚੌਧਰੀ ਦੀ ਜਾਨ ਬਚ ਸਕਦੀ ਸੀ। ਤਾਂ ਇਹ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਵੀ ਦੁਬਾਰਾ ਮੈਂ ਕਹਿਣਾ ਚਾਹਾਂਗਾ ਕੁਝ ਵਧੀਆ ਲੱਗਿਆ ਤਾਂ ਇਸ ਨੂੰ ਵੀ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।